देश ਨੂੰ ਆਜ਼ਾਦੀ ਦਿਲਵਾਉਣ ਵਾਲਿਆਂ ਨੂੰ ਸਰਕਾਰ ਕਿਸ ਤਰ੍ਹਾਂ ਭੁੱਲ ਰਹੀ ਆ ਤੁਹਾਨੂੰ ਅੱਜ ਤਸਵੀਰ ਦਿਖਾ ਦਿੰਨੇ ਆ। ਸੋ ਇਸ ਵਕਤ ਮੈਂ ਖੜਾ ਹਾਂ ਲੁਧਿਆਣਾ ਦੇ ਸੁਖਦੇਵ ਥਾਪਰ ਦੇ ਘਰ ਦੇ ਬਾਹਰ। ਇਹ ਸ਼ਹੀਦ ਸੁਖਦੇਵ ਥਾਪਰ ਦਾ ਘਰ ਆ। ਸਰਕਾਰ ਇਹਨਾਂ ਨੂੰ ਭੁੱਲ ਚੁੱਕੀ ਆ। ਕਿਉਂ ਭੁੱਲ ਚੁੱਕੀ ਆ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ। ਇਸ ਘਰ ਦੇ ਬਾਹਰ ਤਾਲੇ ਲੱਗੇ ਹੋਏ ਨੇ। 2013 ਨੂੰ ਸਰਕਾਰ ਨੇ ਇਸ ਮਕਾਨ ਨੂੰ ਆਪਣੇ ਕਬਜ਼ੇ ਦੇ ਵਿੱਚ ਲਿੱਤਾ ਸੀਗਾ। ਇਸ ਦੀ ਦੇਖਭਾਲ ਜਿਹੜੀ ਆ ਸਰਕਾਰ ਕਰ ਰਹੀ ਆ। ਇਸ ਤੋਂ ਪਹਿਲਾਂ ਇਸ ਮਕਾਨ ਨੂੰ ਸ਼ਹੀਦ ਸੁਖਦੇਵ ਥਾਪਰ ਟਰਸਟ ਜਿਹੜਾ ਵਾ ਉਹ ਦੇਖ ਰਿਹਾ ਸੀਗਾ। ਸੋ ਇਹਨਾਂ ਦੇ ਵਾਰਿਸ ਜਿਹੜੇ ਨੇ ਉਹ ਕਹਿਲਾਉਂਦੇ ਨੇ। ਉਹ ਟਰਸਟ ਉਹਨਾਂ ਨੇ ਬਣਾਇਆ ਸੀਗਾ। ਉਹ ਇਸ ਘਰ ਦੀ ਦੇਖਭਾਲ ਕਰ ਰਿਹਾ ਸੀਗਾ। 2007 ਦੇ ਵਿੱਚ ਇਸ ਮਕਾਨ ਦੇ ਵਿੱਚ ਇੱਕ ਕਿਰਾਏਦਾਰ ਰਹਿੰਦੇ ਸੀਗੇ ਜਿਨ੍ਹਾਂ ਨੂੰ 5 ਲੱਖ ਰੁਪਏ ਦੇ ਕੇ ਇਸ ਮਕਾਨ ਨੂੰ ਖਾਲੀ ਕਰਾਇਆ ਸੀਗਾ। ਸੋ ਟਰਸਟ ਨੇ ਆਪਣੀ ਜੇਬ 'ਚ ਪੈਸੇ ਦਿੱਤੇ ਤਾਂ ਇਸ ਮਕਾਨ ਨੂੰ ਖਾਲੀ ਕਰਾਇਆ, ਆਪਣੇ ਕਬਜ਼ੇ ਦੇ ਵਿੱਚ ਲਿੱਤਾ। ਤਾਂ ਇਸ ਦੀ ਸੁੰਦਰੀਕਰਨ ਕਰਨ ਦੇ ਲਈ ਪੈਸਾ ਲਗਾਉਣਾ ਸ਼ੁਰੂ ਕੀਤਾ। ਤਾਂ ਸਰਕਾਰ ਨੂੰ ਯਾਦ ਆਈ ਕਿ ਇੱਥੇ ਘਰ ਹੈਗਾ ਸੁਖਦੇਵ ਥਾਪਰ ਦਾ, ਕਿਉਂ ਨਾ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿੱਤਾ ਜਾਵੇ। ਕਿਉਂਕਿ ਸਰਕਾਰ ਦੀ ਇੱਕ ਬੇਇੱਜ਼ਤੀ ਹੋ ਰਹੀ ਸੀ ਕਿ ਟਰਸਟ ਇਸ ਮਕਾਨ ਨੂੰ ਚਲਾ ਰਿਹਾ। ਜੱਦੀ ਘਰ ਆ। 1907 15 ਮਈ 1907 ਨੂੰ ਇਸੇ ਘਰ ਦੇ ਵਿੱਚ ਸੁਖਦੇਵ ਥਾਪਰ ਦਾ ਜਨਮ ਹੋਇਆ ਵਾ। ਆਖਿਰ ਟਰਸਟ ਘਰ ਚਲਾ ਰਿਹਾ ਵਾ। ਸਰਕਾਰ ਦੀ ਇੱਕ ਬੇਇੱਜ਼ਤੀ ਹੋ ਰਹੀ ਸੀਗੀ। 2013 ਦੇ ਵਿੱਚ ਇਸ ਘਰ ਨੂੰ ਸਰਕਾਰ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਥੋੜਾ ਬਹੁਤਾ ਪੈਸਾ ਲਗਾਇਆ ਸੁੰਦਰੀਕਰਨ ਦੇ ਲਈ। ਇੱਕ ਕੇਅਰ ਟੇਕਰ ਜਿਹੜਾ ਵਾ ਇਸ ਘਰ ਦੇ ਵਿੱਚ ਬਿਠਾਇਆ। ਪਰ ਅੱਜ ਉਹ ਕੇਅਰ ਟੇਕਰ ਜਿਹੜਾ ਵਾ ਉਹ ਗਾਇਬ ਆ। ਘਰ ਦੇ ਹਾਲਾਤ ਜਿਹੜੇ ਨੇ ਉਹ ਮਾੜੇ ਨੇ। ਸੋ ਸ਼ਹੀਦਾਂ ਨੂੰ ਕਿਸ ਤਰ੍ਹਾਂ ਭੁੱਲ ਰਹੀ ਹੈ ਸਰਕਾਰਾਂ। ਅੱਜ ਉਹ ਟਰਸਟ ਨੇ ਬਾਈਕਾਟ ਕਰਤਾ ਕਿਉਂਕਿ 15 ਅਗਸਤ ਦਾ ਸਮਾਗਮ ਆ। ਆਜ਼ਾਦੀ ਦਿਹਾੜਾ ਮਨਾਇਆ ਜਾਣਾ ਵਾ ਦੇਸ਼ ਭਰ ਦੇ ਵਿੱਚ। ਜੋ ਵੰਸ਼ਜ ਨੇ ਜਿਹੜੇ ਦਾਅਵਾ ਕਰਦੇ ਨੇ ਕਿ ਉਹ ਵੰਸ਼ਜ ਨੇ ਉਹਨਾਂ ਨੇ ਬਾਈਕਾਟ ਕਰਤਾ ਵਾ ਇਸ ਸਮਾਗਮ ਦਾ ਕਿ 15 ਅਗਸਤ ਨੂੰ ਇਸ ਸਮਾਗਮ ਦਾ ਹਿੱਸਾ ਨਹੀਂ ਹੋਣਗੇ ਅਤੇ ਨਾ ਹੀ ਸਮਾਗਮ ਦੇ ਵਿੱਚ ਹਿੱਸਾ ਲੈਣਗੇ। ਕਿਉਂਕਿ ਘਰ ਦੇ ਹਾਲਾਤ ਮਾੜੇ ਨੇ। ਸਰਕਾਰਾਂ ਸੁੱਤੀਆਂ ਪਈਆਂ ਨੇ। ਉਹਨਾਂ ਨੂੰ ਜਗਾਉਣ ਦੇ ਲਈ, ਉਹਨਾਂ ਤੱਕ ਇੱਕ ਸੰਦੇਸ਼ ਪਹੁੰਚਾਉਣ ਦੇ ਲਈ ਇਹ ਬਾਈਕਾਟ ਜਿਹੜਾ ਵਾ ਕੀਤਾ ਗਿਆ ਵਾ। ਸੋ ਹੁਣ ਘਰ ਦੇ ਅਸੀਂ ਤੁਹਾਨੂੰ ਹਾਲਾਤ ਦਿਖਾਉਂਦੇ ਆ। ਮੁੱਖ ਦਰਵਾਜ਼ਾ ਸੁਖਦੇਵ ਥਾਪਰ ਦੇ ਘਰ ਦਾ, ਜਿਵੇਂ ਕਿ ਮੈਂ ਦੱਸ ਰਿਹਾ ਕਿ ਸਰਕਾਰ ਦੇ ਕਬਜ਼ੇ ਦੇ ਵਿੱਚ ਹੈਗਾ ਵਾ। ਸਰਕਾਰ ਨੇ ਹਾਲਾਤ ਕਿਸ ਤਰ੍ਹਾਂ ਬਣਾ ਦਿੱਤੇ ਨੇ। ਚੁਣਾਵ ਆਉਂਦੇ ਨੇ ਤਾਂ ਸਰਕਾਰਾਂ ਨੂੰ ਯਾਦ ਆ ਜਾਂਦੀ ਹੈ ਕਿ ਦੇਸ਼ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਯਾਦ ਕੀਤਾ ਜਾਵੇ। ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ, ਉਹਨਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ, ਜਾਂ ਕੋਈ ਸਮਾਗਮ ਕਰਨਾ ਹੋਵੇ ਤਾਂ ਉਦੋਂ ਯਾਦ ਆ ਜਾਂਦੀ ਆ। ਜਾਂ ਇਲੈਕਸ਼ਨ ਹੁੰਦੇ ਨੇ, ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਯਾਦ ਸ਼ਹੀਦਾਂ ਦੀ ਆ ਜਾਂਦੀ ਨੇ। ਪਰ ਅੱਜ ਸਰਕਾਰਾਂ ਇਹਨਾਂ ਨੂੰ ਭੁੱਲ ਚੁੱਕੀਆਂ ਨੇ। ਸੋ ਮੁੱਖ ਦਰਵਾਜ਼ਾ ਵਾ, ਪਿੱਲਰ ਆ, ਨੀਚੋਂ ਦੀ ਚੂਨਾ ਜਿਹੜਾ ਵਾ ਨਿਕਲਣਾ ਸ਼ੁਰੂ ਹੋ ਗਿਆ ਵਾ। ਲੱਕੜ ਜਿਹੜੀ ਆ ਕੰਡਮ ਹੋਣੀ ਸ਼ੁਰੂ ਹੋ ਗਈ ਆ। ਸੋ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਦੀਵਾਰਾਂ ਦੇ ਵਿੱਚੋਂ ਚੂਨਾ ਕਿਸ ਤਰ੍ਹਾਂ ਨਿਕਲ ਰਿਹਾ ਵਾ। ਜਿਵੇਂ ਕਿ ਦੱਸ ਰਿਹਾ ਕਿ ਪੁਰਾਤਨ ਦੀਵਾਰਾਂ ਵਾ। ਸੋ ਇਹ ਮਿੱਟੀ ਜਿਹੜੀ ਆ ਕਿਸ ਤਰ੍ਹਾਂ ਬਾਹਰ ਆ ਰਹੀ ਆ। ਸੋ ਦੇਖੋ ਇੱਕ ਫਿੰਗਰ ਲਗਾ ਕੇ ਹੀ ਇਸ ਦਾ ਜਿਹੜਾ ਚੂਨਾ ਜਿਹੜਾ ਵਾ ਝੜ ਰਿਹਾ ਵਾ। ਹਾਲਾਤ ਕੰਡਮ ਕਰਤੇ ਨੇ ਇਸ ਬਿਲਡਿੰਗ ਦੇ, ਇਸ ਘਰ ਦੇ। ਸੁਖਦੇਵ ਥਾਪਰ ਦਾ ਜਨਮ ਇਸੇ ਘਰ ਦੇ ਵਿੱਚ ਹੋਇਆ ਵਾ। ਅੱਜ ਹਾਲਾਤ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਅਸੀਂ ਕਿਤਾਬਾਂ 'ਚ ਪੜ੍ਹਾਉਂਦੇ ਕਿ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ, ਆਜ਼ਾਦੀ ਦਿਹਾੜੇ ਹੋਣ ਜਾਂ ਜਨਮ ਦਿਨ ਹੋਣ, ਸ਼ਹੀਦਾਂ ਨੂੰ ਯਾਦ ਕਰਨ ਦੇ ਅਸੀਂ ਪਾਠ ਪੜ੍ਹਾਉਂਦੇ ਆ। ਪਰ ਸਰਕਾਰਾਂ ਇਹਨਾਂ ਦੇ ਭੁੱਲ ਜਾਂਦੀਆਂ ਨੇ। ਹਾਲਾਂਕਿ ਸਰਕਾਰਾਂ ਦਾ ਕੰਮ ਹੈ ਇਹਨਾਂ ਨੂੰ ਸੁਧਾਰ ਕਰਨਾ, ਆਪਣੇ ਕਬਜ਼ੇ 'ਚ ਲੈ ਕੇ ਇਸ ਦੀ ਦੇਖਭਾਲ ਕਰਨਾ। ਸੋ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ। ਤਰੇੜ ਜਿਹੜੀ ਹੈ ਘਰ ਦੇ ਵਿੱਚ ਆਈ ਹੋਈ ਆ। ਮੇਰੀ ਫਿੰਗਰ ਵੀ ਜਿਹੜੀ ਆ ਅੰਦਰ ਚਲੀ ਜਾਂਦੀ ਆ। ਸੋ ਇਹ ਤਰੇੜਾਂ ਤੁਸੀਂ ਦੇਖ ਲਓ। ਕਿਸੇ ਵਕਤ ਵੀ ਬਿਲਡਿੰਗ ਜਿਹੜੀ ਆ ਗਿਰ ਸਕਦੀ ਹੈ, ਖਸਤਾ ਹਾਲਤ ਦੇ ਵਿੱਚ ਆ। ਜਿਵੇਂ ਕਿ ਮੈਂ ਦੱਸ ਰਿਹਾ ਕਿ 2013 ਤੋਂ ਪਹਿਲਾਂ ਟਰਸਟ ਇਸ ਘਰ ਦੀ ਦੇਖਭਾਲ ਕਰ ਰਿਹਾ ਸੀਗਾ। ਸਰਕਾਰਾਂ ਦੀ ਬੇਇੱਜ਼ਤੀ ਹੋ ਰਹੀ ਸੀ, ਮਜ਼ਾਕ ਉੱਡ ਰਿਹਾ ਸੀਗਾ ਕਿ ਸ਼ਹੀਦਾਂ ਨੂੰ ਸੰਭਾਲ ਨਹੀਂ ਸਕਦੇ। ਤਾਂ ਸਰਕਾਰ ਨੇ ਆਪਣੇ ਕਬਜ਼ੇ ਦੇ ਵਿੱਚ ਇਸ ਮਕਾਨ ਨੂੰ ਲੈ ਲਿਆ। ਪਰ ਹਾਲਾਤ ਜਿਹੜੇ ਨੇ ਕੰਡਮ ਕਰ ਦਿੱਤੇ ਨੇ। ਸੋ ਮੇਰੇ ਨਾਲ ਤਰਬਿਨ ਥਾਪਰ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਵੰਸ਼ਜ ਜਿਹੜੇ ਨੇ ਕਹਿਲਾਉਂਦੇ ਨੇ। ਤਰਬਿਨ, ਹਾਲਾਤ ਅਸੀਂ ਦੇਖ ਰਹੇ ਹਾਂ। 15 ਤਰੀਕ ਦੇ ਸਮਾਗਮ ਦਾ ਬਾਈਕਾਟ ਕਰ ਦਿੱਤਾ। ਕਿਸ ਤਰ੍ਹਾਂ ਦੇਖਦੇ ਹੋ, ਕਿਉਂ ਬਾਈਕਾਟ ਕੀਤਾ ਵਾ? ਹਾਲਾਤ ਜਿਹੜੇ ਨੇ ਘਰ ਦੇ ਉਹ ਖਸਤਾ ਹਾਲਤ ਹੋ ਜਾਂਦੇ ਨੇ। ਗੌਰਵ ਜੀ, ਅੱਜ ਤਾਂ ਸ਼ਹੀਦ ਸੁਖਦੇਵ ਜੀ ਦੀ ਆਤਮਾ ਨੂੰ ਵੀ ਦੁੱਖ ਹੁੰਦਾ ਹੋਊਗਾ ਕਿ ਜਿਸ ਦੇਸ਼ ਲਈ, ਜਿਸ ਭਾਰਤ ਦੇਸ਼ ਲਈ ਮੈਂ ਆਜ਼ਾਦੀ ਦਵਾਈ ਹੈ ਅੰਗਰੇਜ਼ਾਂ ਤੋਂ, ਤੇ ਮੇਰੇ ਘਰ ਦਾ ਹਾਲ ਕੀ ਹੈ। ਮੇਰੇ ਘਰ ਦੇ ਜਿਹੜੇ ਥੜੇ ਆ ਉਹ ਟੁੱਟੇ ਹੋਏ ਨੇ। ਤੁਹਾਨੂੰ ਮੈਂ ਪਿਛਲੇ ਸਮੇਂ 'ਚ ਲੈ ਕੇ ਜਾਊਂਗਾ। 2007 22 ਮਾਰਚ ਨੂੰ ਇਹ ਮਕਾਨ ਖਾਲੀ ਕਰਾਇਆ ਗਿਆ ਸੀ ਕਿਰਾਏਦਾਰਾਂ ਤੋਂ, ਆਪਣੀ ਪਾਕਟ 'ਚੋਂ ਪੈਸੇ ਦੇ ਕੇ। ਜਿਹੜੇ ਥਾਪਰ ਪਰਿਵਾਰ ਨੇ, ਜਿਹੜੇ ਸ਼ਹੀਦ ਸੁਖਦੇਵ ਜੀ ਦੇ ਵਾਰਸ ਨੇ, ਉਹਨਾਂ ਦੇ ਕੋਲੋਂ ਪੈਸੇ ਦਿੱਤੇ ਗਏ ਸੀ।
ਉਸ ਤੋਂ ਬਾਅਦ ਇੱਥੇ ਬਹੁਤ ਵਧੀਆ ਲੋਕੀ ਆਣਾ ਜਾਣਾ ਸ਼ੁਰੂ ਹੋ ਗਏ, ਸਮਾਗਮ ਵੱਡੇ ਵੱਡੇ ਸ਼ੁਰੂ ਹੋ ਗਏ। 2012 ਦੇ ਵਿੱਚ ਇੱਕ ਬੰਦੇ ਨੇ ਰਿਟ ਪਾਤੀ ਸੀ ਜਿਹਦੇ ਵਿੱਚ ਜਿੰਨੇ ਵੀ ਇਤਿਹਾਸਿਕ ਜਗ੍ਹਾ ਹੈ ਪੰਜਾਬ ਦੇ ਵਿੱਚ ਉਹ ਪੰਜਾਬ ਗਵਰਨਮੈਂਟ ਆਪਣੇ ਅੰਡਰਟੇਕ ਲੈ ਕੇ ਉਹਦੀ ਕੇਅਰ ਟੇਕਿੰਗ ਕਰੇ, ਜਿਹਦੇ ਵਿੱਚ ਇੱਥੇ ਭਾਰੀ ਫੋਰਸ ਨਾਲ ਤਾਲੇ ਲਾ ਕੇ ਚਾਬੀ ਸਾਡੇ ਤੋਂ ਖੋਹ ਲਿੱਤੀ ਗਈ ਸੀ। ਅਸੀਂ ਹਾਈ ਕੋਰਟ ਮੂਵ ਕਰਕੇ ਹਾਈ ਕੋਰਟ ਦੇ ਵਿੱਚ 1.5 ਸਾਲ ਬਾਅਦ ਇਹ ਫੈਸਲਾ ਆਂਦਾ ਹੈ ਕਿ 3 ਕਰੋੜ 24 ਲੱਖ ਰੁਪਇਆ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਲਈ, ਉਦਮ ਸਿੰਘ ਜੀ ਲਈ, ਸੁਖਦੇਵ ਜੀ ਲਈ 81 ਲੱਖ ਰੁਪਇਆ ਪਾਸ ਹੋਇਆ ਸੀ। ਚੀਫ ਜਸਟਿਸ ਦੇ ਆਰਡਰ ਸੀਗੇ ਕਿ ਤੁਸੀਂ ਆਪਣੀ ਪਾਕਟ ਦੇ ਵਿੱਚੋਂ ਕਿਉਂ ਪੈਸੇ ਲਗਾਉਂਦੇ ਹੋ, ਜੇ ਸਰਕਾਰ ਇਹਦੀ ਕੇਅਰ ਟੇਕਿੰਗ ਕਰੇਗੀ, ਇਹਦੇ ਨਾਲ ਤੁਹਾਡੇ ਇਮੋਸ਼ਨਸ ਜੁੜੇ ਹੋਏ, ਤੁਹਾਨੂੰ ਐਸੋਸੀਏਟ ਰੱਖਿਆ ਜਾਊਗਾ ਇਹਦੇ ਵਿੱਚ। ਚਲੋ ਅਸੀਂ ਅੱਜ ਵੀ ਐਸੋਸੀਏਟ ਹੈਗੇ ਆ, ਮਗਰ ਸਾਡੀ ਸੁਣਵਾਈ ਕੋਈ ਨਹੀਂ। ਇੱਥੇ ਮੋਨੂਮੈਂਟ ਕਲਰਕ ਆਂਦਾ, ਆਪਣੀ ਮਰਜ਼ੀ ਨਾਲ ਆਂਦਾ, ਇੱਕ ਦਿਨ ਆਂਦਾ, ਹਫਤਾ ਬੰਦ ਰਹਿੰਦਾ। ਲੋਕੀ ਦੂਰੋਂ ਦੂਰੋਂ ਦੇਖਣ ਆਂਦੇ ਆ, ਅਸੀਂ ਨੇੜੇ ਰਹਿੰਦੇ ਆ, ਸਾਨੂੰ ਫੋਨ ਆਂਦੇ ਕਿ ਜੀ ਉੱਥੇ ਇਹ ਹਾਲ ਹੈ। ਸਾਡੇ ਖੂਨ ਦੇ ਆਂਸੂ ਆਂਦੇ ਕਿ ਉੱਥੇ ਇੰਨਾ, ਅਸੀਂ ਝਾੜੂ ਵੀ ਮਰਵਾ ਦਿੰਨੇ ਆ ਆਪ, ਮਗਰ ਜਿਹੜੀ ਅੰਦਰਲੀ ਸਫਾਈ ਉਹ ਤਾਂ ਉਹਨੇ ਹੀ ਆ ਕੇ ਕਰਨੀ ਹੈ। ਮੈਂ ਇੱਕ ਵਾਰੀ ਤਸਵੀਰ ਦਿਖਾਉਣਾ, ਗੰਦਗੀ ਦੀ ਤਸਵੀਰ। ਸੋ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਬਾਹਰ ਚੱਲ ਜਾਣ। ਸੋ ਇਹ ਤਸਵੀਰ ਪੂਰਾ ਘਰ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ। ਇਹ ਚੌੜੇ ਬਾਜ਼ਾਰ ਦੇ ਵਿੱਚ ਘਰ ਹੈਗਾ ਵਾ, ਨੌਕਰਾ ਮੱਲਾ ਵਾ, ਜਿੱਥੇ ਸ਼ਹੀਦ ਸੁਖਦੇਵ ਥਾਪਰ ਦਾ ਘਰ ਹੈਗਾ ਵਾ। ਸੋ 3 ਮੰਜ਼ਿਲਾ ਬਿਲਡਿੰਗ ਆ। ਇਸੇ ਘਰ ਦੇ ਵਿੱਚ, ਇਸ ਕਮਰੇ ਦੇ ਵਿੱਚ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਹੋਇਆ ਵਾ 1907, 15 ਮਈ 1907 ਨੂੰ ਇੱਥੇ ਜਨਮ ਹੋਇਆ ਵਾ। ਅੱਜ ਹਾਲਾਤ ਦੇਖ ਸਕਦੇ ਹੋ ਚਾਰੋਂ ਪਾਸੇ ਇਸ ਘਰ ਦੇ ਕਿਸ ਤਰ੍ਹਾਂ ਗੰਦਗੀ ਫੈਲੀ ਹੋਈ ਆ। ਸੋ ਇਲਾਕੇ ਦਾ ਕੌਂਸਲਰ ਸ਼ਾਇਦ ਸੁੱਤਾ ਪਿਆ ਵਾ, ਹਲਕੇ ਦਾ ਐਮਐਲਏ ਸੁੱਤਾ ਪਿਆ ਵਾ, ਮੈਂਬਰ ਪਾਰਲੀਮੈਂਟ ਸੁੱਤਾ ਪਿਆ, ਸਰਕਾਰਾਂ ਸੁੱਤੀਆਂ ਪਈਆਂ ਨੇ। ਕਿਉਂ ਨਹੀਂ ਸਫਾਈਆਂ ਕਰਾਉਂਦੀ? ਹਾਲਾਂਕਿ ਇੱਕ ਲੜਾਈ ਹੋਰ ਚੱਲ ਰਹੀ ਹੈ ਕਿ ਇਸ ਰਾਸਤੇ, ਇਸ ਘਰ ਦੇ ਵਿੱਚ ਇੱਕ ਰਾਸਤਾ ਵੀ ਬਾਹਰ ਨਿਕਲਦਾ ਵਾ ਜਿਹੜਾ ਕਿ ਚੌੜੇ ਬਾਜ਼ਾਰ ਨੂੰ ਜਾਂਦਾ ਵਾ, ਉਸ ਨੂੰ ਵੀ ਖਾਲੀ ਕਰਾਉਣ ਦੀ ਮੰਗ ਜਿਹੜੀ ਕਾਫੀ ਦੇਰ ਤੋਂ ਉੱਠੀ ਆ, ਪਰ ਉਸ ਨੂੰ ਵੀ ਜਿਹੜਾ ਵਾ ਰਾਸਤਾ ਜਿਹੜਾ ਵਾ ਨਹੀਂ ਦਿੱਤਾ ਗਿਆ। ਸੋ ਟਰਸਟ ਜਿਹੜਾ ਵਾ ਲਗਾਤਾਰ ਇਸ ਘਰ ਦੇ ਲਈ ਲੜਾਈ ਲੜ ਰਿਹਾ ਵਾ। ਅੱਜ 15 ਅਗਸਤ ਦੇ ਸਮਾਗਮ ਜਿਹੜੇ ਹੋਣੇ ਨੇ ਦੇਸ਼ ਭਰ ਦੇ ਵਿੱਚ, ਉਹਦਾ ਬਾਈਕਾਟ ਕਰ ਦਿੱਤਾ ਕਿਉਂਕਿ ਆਜ਼ਾਦੀ ਦਿਹਾੜਾ ਆ ਰਿਹਾ 15 ਅਗਸਤ ਦਾ। ਸੋ ਇਸ ਟਰਸਟ ਨੇ ਬਾਈਕਾਟ ਕਰਤਾ ਕਿ ਅਸੀਂ ਉਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ, ਨਾ ਹੀ ਸਰਕਾਰ ਦਾ ਨਿਯੋਤਾ ਜਿਹੜਾ ਵਾ ਉਹ ਸਵੀਕਾਰ ਕਰਾਂਗੇ, ਕਿਉਂਕਿ ਹਾਲਾਤ ਮਾੜੇ ਨੇ, ਸਰਕਾਰਾਂ ਸੁੱਤੀਆਂ ਪਈਆਂ ਨੇ। ਸੋ ਅੰਦਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਤ੍ਰਿਪਨ ਥਾਪਰ ਨਾਲ ਲਗਾਤਾਰ ਗੱਲਬਾਤ ਅਸੀਂ ਕਰ ਰਹੇ ਹਾਂ। ਸੋ ਇਹ ਥੜਾ ਵਾ ਪੱਥਰ ਦਾ ਜਿਹੜਾ ਬਣਾਇਆ ਗਿਆ ਵਾ। ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਦੀ ਮਿੱਟੀ ਜਿਹੜੀ ਆ ਨੀਚੋਂ ਨਿਕਲ ਚੁੱਕੀ ਆ। ਥੜਾ ਪੂਰੀ ਤਰ੍ਹਾਂ ਕੰਡਮ ਹੋ ਚੁੱਕਾ ਵਾ। ਸੋ ਗੰਦਗੀ ਦੇ ਢੇਰ ਲੱਗੇ ਹੋਏ ਨੇ। ਹਾਲਾਂਕਿ ਟਰਸਟ ਵੱਲੋਂ ਇੱਥੇ ਕੰਮ ਜਿਹੜਾ ਵਾ ਲਗਾਤਾਰ ਕਰਾਇਆ ਜਾਂਦਾ ਵਾ, ਆਪਣੀ ਜੇਬ ਦੇ ਵਿੱਚੋਂ ਇੱਥੇ ਸਮਾਗਮ, ਜੇਬ ਦੇ ਵਿੱਚੋਂ ਖਰਚਾ ਕਰਕੇ ਇੱਥੇ ਸਮਾਗਮ ਜਿਹੜੇ ਨੇ ਉਹ ਕਰਾਏ ਜਾਂਦੇ ਨੇ। ਸੋ ਤ੍ਰਿਪਨ ਜੀ, ਜਿਵੇਂ ਕਿ ਮੈਂ ਦੱਸਿਆ ਕਿ ਆਪਣੀ ਜੇਬ ਦੇ ਵਿੱਚੋਂ ਤੁਸੀਂ ਸਮਾਗਮ ਕਰਾਉਂਦੇ ਹੋ, ਜੋ ਸਰਕਾਰਾਂ ਦਾ ਫਰਜ਼ ਹੈ ਕਿ ਇੱਥੇ ਸਮਾਗਮ ਕਰਾਣੇ, ਕਿਉਂਕਿ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਸਥਾਨ ਹੈਗਾ ਵਾ। ਸੋ ਕਿਸ ਤਰ੍ਹਾਂ ਦੇਖਦੇ ਹੋ, ਲੀਡਰ ਆਉਂਦੇ ਨੇ ਇੱਥੇ ਸਮਾਗਮ ਵਿੱਚ ਸ਼ਾਮਲ ਹੋ ਕੇ ਜਾਂਦੇ ਨੇ, ਫੋਟੋ ਖਿਚਾ ਕੇ ਆਪਣੀ ਖੁਆਰੀ ਫੋਟੋ ਬਣਾ ਲੈਂਦੇ ਕਿ ਅਸੀਂ ਸਮਾਗਮ ਵਿੱਚ ਸ਼ਾਮਲ ਹੋਏ ਨੇ। ਅੱਜ ਕਿਉਂ ਸੁੱਤੇ ਪਏ ਨੇ ਲੀਡਰ, ਉਸ ਤੋਂ ਬਾਅਦ ਭੁੱਲ ਕਿਉਂ ਜਾਂਦੇ ਨੇ? ਦੇਖੋ ਗੌਰਵ ਜੀ, ਸਾਡੇ ਘਰ ਦੇ ਵਿੱਚ ਬੱਚੇ ਦਾ ਵੀ ਜਨਮ ਦਿਨ ਹੋਵੇ ਜਾਂ ਸਾਡੇ ਕਿਸੇ ਬਜ਼ੁਰਗ ਦਾ ਸ਼ਹੀਦੀ ਦਿਹਾੜਾ ਹੋਵੇ ਜਾਂ ਉਹਨਾਂ ਦਾ ਸਾਲਾਨਾ ਹੀ ਹੋਵੇ, ਅਸੀਂ ਆਪਣੇ ਕੋਲੋਂ ਪੈਸੇ ਲਾ ਕੇ ਆਪਣੇ ਲੰਗਰ ਸੇਵਾ ਪਾਣੀ ਦਾ ਇੰਤਜ਼ਾਮ ਕਰਦੇ ਹਾਂ। ਬਟ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, 2017 ਦੇ ਵਿੱਚ ਨਾ ਕਰੋੜ ਰੁਪਇਆ ਕੈਪਟਨ ਸਾਹਿਬ ਵੱਲੋਂ ਪਾਸ ਹੋਇਆ ਸੀ ਇਸ ਜਨਮ ਸਥਲੀ ਲਈ। ਅਸੀਂ ਕਹਿੰਦੇ, ਅਸੀਂ 3 ਸਾਲ ਹੋ ਗਏ, ਅਸੀਂ ਇੱਥੇ ਨਾ ਕੋਈ, ਸਿਰਫ 1-2 ਵਾਰ ਕਲੀ ਜ਼ਰੂਰ ਕਰਾਈ ਹੋਊਗੀ, ਅਸੀਂ ਬਾਕੀ ਉਸ ਤੋਂ ਬਾਅਦ ਕੁਝ ਨਹੀਂ ਕਰਾਇਆ। ਕਿਉਂਕਿ ਜਿਸ ਗਵਰਨਮੈਂਟ ਲੋਕੀ ਟੈਕਸ ਦੇ ਰਹੇ ਹੈ, ਟੈਕਸ ਦਾ ਪੈਸਾ ਹੀ ਇੱਥੇ ਲੱਗਣਾ, ਕਿਸੇ ਮੰਤਰੀ ਨੇ ਜਾਂ ਕਿਸੇ ਐਮਐਲਏ ਨੇ ਜਾਂ ਕਿਸੇ ਕਾਉਂਸਲਰ ਨੇ ਜੇਬ ਤੋਂ ਲਾਣਾ ਨਹੀਂ। 1 ਕਰੋੜ ਰੁਪਇਆ ਕੈਪਟਨ ਸਾਹਿਬ ਨੇ ਪਾਸ ਕੀਤਾ ਹੋਇਆ, ਉਹ ਪੈਸੇ ਕਿੱਥੇ ਹੈ? ਉਹ ਪੈਸੇ ਲਾਣ, ਡੀਸੀਏ ਦੀ ਮੀਟਿੰਗ ਬੁਲਾਵੇ। ਕਈ ਵਾਰ ਇਹਦੀ ਕਮੇਟੀਆਂ ਬਣੀਆਂ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, 2019 ਦੇ ਵਿੱਚ ਸਈਅਮ ਅਗਰਵਾਲ ਇੱਥੇ ਸਮਾਰਟ ਸਿਟੀ ਇੰਚਾਰਜ ਸੀਗੇ, ਉਹਨਾਂ ਨੇ ਮੀਟਿੰਗ ਬੁਲਾਈ ਸੀ। 25 ਲੱਖ 70 ਹਜ਼ਾਰ ਦਾ ਪ੍ਰੋਜੈਕਟ ਪਾਸ ਹੋ ਗਿਆ ਸੀਗਾ, ਜਿਹਦੇ ਵਿੱਚ ਬਾਹਰਲਾ ਫਰਸ਼, ਇੰਟਰਲੋਕਿੰਗ ਟਾਈਲ, ਟਿਊਬਵੈਲ, ਇਹਦੀ ਜਿਹੜੀ ਇੱਥੇ ਸੀਵਰੇਜ ਦੀ ਪਾਈਪ ਹੈ ਉਹ ਨਵੀਆਂ ਪੈਣੀਆਂ ਸੀਗੀਆਂ। ਪਲੱਸ ਉਹਨਾਂ ਨੇ ਪ੍ਰੋਜੈਕਟ ਸ਼ੁਰੂ ਕਰਾਤਾ ਸੀ ਕਿ ਰਸਤੇ ਦਾ ਵਿੱਚ ਜਿਹੜੀ ਕਾਰਵਾਈ ਹੈਗੀ 44 ਗਜ ਜਗ੍ਹਾ ਆਂਦੀ, ਉਹਨੂੰ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਤੋਂ ਪੁੱਛਿਆ ਸੀ ਕਿ ਤੁਸੀਂ ਘਰ ਦਾ ਕੀ ਕਰਾਉਣਾ ਚਾਹੁੰਦੇ ਹੋ। ਅਸੀਂ ਕਿਹਾ ਜੀ 2013 ਦੇ ਵਿੱਚ ਉੱਥੇ ਅੰਦਰ ਪੈਸੇ ਲੱਗੇ ਆ, ਮਗਰ ਉਹ ਮੇਨਟੇਨੈਂਸ ਮੰਗਦਾ। ਮੇਨਟੇਨੈਂਸ ਕਿੱਦਾਂ? ਤਰੇੜਾਂ ਆਈਆਂ ਹੋਈਆਂ, ਚੂਨੇ ਦੀ ਭਰਾਈ ਹੋਣੀ ਹੈ, ਉੱਥੇ ਜੋ ਵੀ ਇੱਥੇ ਕਮੀ ਪੇਸ਼ੀ ਹੈ, ਉੱਤੇ ਜ਼ਿਆਦਾ ਪੈਸੇ ਤਾਂ ਲੱਗਣੇ ਨਹੀਂ। ਜੇ ਸਰਕਾਰ ਨਹੀਂ ਲਾ ਸਕਦੇ, ਕੈਪਟਨ ਸਾਹਿਬ ਨੇ ਜਿੱਦਾਂ ਅਨਾਉਂਸ ਕੀਤਾ 1 ਕਰੋੜ ਮੈਂ ਦੇ ਰਿਹਾ, ਉਹ ਦੇਣ। ਅਸੀਂ ਤਾਂ ਕਹਿੰਦੇ ਨਹੀਂ ਦੇਣਾ, ਸਾਨੂੰ ਰਿਟਰਨ ਦੇ ਦੇਣ, ਅਸੀਂ ਆਪ ਲਾ ਦਾਂਗੇ। ਅਸੀਂ ਇੰਨੇ ਜੋਗੇ ਹੈਗੇ ਆ ਕਿ ਪਹਿਲਾਂ ਸੰਭਾਲਦੇ ਸੀ, ਹੁਣ ਵੀ ਸੰਭਾਲ ਸਕਦੇ ਆ। 1 ਕਰੋੜ ਨਾਲ ਬਹੁਤ ਸੋਹਣਾ ਸੁੰਦਰੀਕਰਨ ਹੋ ਸਕਦਾ ਵਾ। ਮੈਂ ਕਹਿੰਦਾ ਜੇ 20 ਲੱਖ ਰੁਪਏ ਆ ਜਾਏ ਬਹੁਤ ਸਾਰਾ ਸੁੰਦਰੀਕਰਨ ਹੋ ਜਾਊਗਾ, ਪਰ ਸਰਕਾਰ ਕਿਉਂ ਨਹੀਂ ਦੇ ਰਹੀ ਪੈਸਾ? ਦੇਖੋ ਜੀ, ਮੈਂ ਤਾਂ ਸਿੱਧਾ ਇਹ ਹਿਸਾਬ ਮੰਗਦਾ, ਇਹ ਹਿੰਦੂ ਸ਼ਹੀਦ ਹੈ। ਤੁਸੀਂ ਸੁਖਦੇਵ ਜੀ ਦਾ ਦੇਖ ਲਓ, ਇਹ ਲਾਲਾ ਲਾਜਪਤ ਰਾਏ ਜੀ ਜਾ ਕੇ ਦੇਖ ਲਓ, ਜਗਰਾਉਂ ਇੱਕੋ ਹੀ ਹਾਲ ਹੈ। ਤੁਸੀਂ ਭਗਤ ਸਿੰਘ ਜੀ ਦੇ ਜਾਓ, ਤੁਹਾਡੀ ਰੂਹ ਖੁਸ਼ ਹੋਊਗੀ। ਤੁਸੀਂ ਇੱਥੇ ਆਓਗੇ ਤਾਂ ਲਾਲਾ ਜੀ ਦੇ ਜਾਓਗੇ, ਤੁਹਾਡੇ ਖੂਨ ਦੇ ਆਂਸੂ ਨਿਕਲਣਗੇ। ਈਵਨ ਕਿ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਜੀ ਨੇ ਇੱਕੋ ਹੀ ਚੀਜ਼ ਲਈ ਸ਼ਹਾਦਤ ਦਿੱਤੀ ਹੈ। ਵਿਤਕਰਾ ਕਿਉਂ ਹੈ?
ਸਾਨੂੰ ਅੱਜ ਤੱਕ ਨਹੀਂ ਸਮਝ ਆ ਰਿਹਾ। ਤਾਂ ਫਿਰ ਵੀ ਇਹਨਾਂ ਨੂੰ ਭੁੱਲੀਆਂ ਬੈਠੀਆਂ ਨੇ ਸਰਕਾਰਾਂ ਨੇ, ਤਾਂ ਇਹਨਾਂ ਨੂੰ ਸ਼ਹੀਦੀ ਦਾ ਦਰਜਾ ਨਹੀਂ ਦਵਾ ਪਾਈਆਂ, ਤੇ ਅੱਜ ਫਿਰ ਇਹ ਮਕਾਨ ਦੀ ਗੱਲ ਕਰ ਰਹੇ ਹਾਂ। ਦਰਜਾ ਇੱਕ ਵੋਟ ਬੈਂਕ ਦੀ ਰਾਜਨੀਤੀ ਚੱਲ ਰਹੀ ਹੈ ਬਸ, ਕਿ ਜਦੋਂ ਇਲੈਕਸ਼ਨ ਆਣਗੇ ਉਹ ਅਨਾਉਂਸਮੈਂਟ ਸ਼ੁਰੂ ਹੋ ਜਾਂਦੀਆਂ, ਜਦ ਇਲੈਕਸ਼ਨ ਜਿੱਤ ਜਾਂਦੇ ਉਹ ਭੁੱਲ ਜਾਂਦੇ ਆ। ਹੁਣ ਇਲੈਕਸ਼ਨ ਆਣੇ ਉਸ ਤੋਂ ਪਹਿਲਾਂ ਸ਼ੁਰੂ ਹੋ ਜਾਣਾ ਹੈ ਕਿ ਜੀ 에ਅਰਪੋਰਟ ਉਹਨਾਂ ਦੇ ਨਾਮ ਤੇ ਰਖਾਵਾਂਗੇ ਜੀ। ਇੱਥੇ ਵੀ ਤੁਸੀਂ ਦੇਖ ਲਿਓ, ਅੱਜ ਤੁਸੀਂ ਆਏ ਹੋ, ਕੱਲ ਸ਼ਾਇਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਨੂੰ ਬੁਲਾ ਲਵੇ ਜਾਂ ਆਪ ਇੱਥੇ ਉੱਠ ਕੇ ਆ ਜਾਵੇ। ਇਹ ਇਦਾਂ ਹੀ ਹੁੰਦਾ, ਅਸੀਂ ਖਬਰ ਲਗਾਉਂਦੇ ਆ ਜਾਂ ਤੁਸੀਂ ਤੁਹਾਡੇ ਵਰਗੇ ਭਰਾ ਪੱਤਰਕਾਰ ਇੱਥੇ ਆਂਦੇ ਆ, ਅਗਲੇ ਦਿਨ ਕੋਈ ਨਾ ਕੋਈ ਇੱਕ ਲੈਟਰ ਸਾਡੇ ਹੱਥ 'ਚ ਆ ਜਾਊਗੀ, ਮਗਰ ਕੰਮ ਫੇਰ ਨਹੀਂ ਸ਼ੁਰੂ ਹੁੰਦਾ। ਮੈਂ ਤੁਹਾਨੂੰ ਦੱਸ ਦੇਣਾ 14/7 ਦੀ ਗੱਲ ਹੈ, ਇੱਕ SIA ਦਾ ਅਪਰੂਵਲ ਹੋਇਆ ਜਿਹਦਾ ਇੱਕ 50,000 ਦਾ ਚੈੱਕ ਸਿਰਫ ਕਾਰਪੋਰੇਸ਼ਨ ਵੱਲੋਂ ਦਿੱਤਾ ਜਾਣਾ ਹੈ ਕੁਝ ਪ੍ਰੋਫੈਸਰਸ ਨੂੰ ਇਹਦੀ SIA ਕਰਾਉਣ ਨੂੰ। 15 ਦਿਨ ਦੀ ਅਲਟੀਮੇਟਮ ਸੀਗਾ ਕਿ 15 ਦਿਨ ਦੇ ਵਿੱਚ SIA ਕਰਾਈ ਜਾਵੇ, ਹਲੇ ਤੱਕ ਚੈੱਕ ਨਹੀਂ ਪਾਸ ਹੋ ਕੇ ਗਿਆ। ਕਿਆ ਉਹਨਾਂ ਨੇ ਆਪਣੀ ਜੇਬ ਚੋਂ ਪੈਸੇ ਦੇਣੇ ਜਿਹੜਾ ਇੰਨਾ ਘਬਰਾ ਕੇ ਸਾਈਨ ਕਰਦੇ ਆ? ਉਹ ਜੇ ਉਹਨਾਂ ਕੋਲ ਨਹੀਂ ਹੈਗੇ 50,000 ਮੈਂ ਦੇ ਦਿੰਦਾ ਚੈੱਕ ਸਾਈਨ ਕਰਕੇ ਹੁਣੀ। ਹੋਰ ਦੱਸੋ, ਤੁਸੀਂ ਚਾਹੇ ਕਮਿਸ਼ਨਰ ਨਾਲ ਗੱਲ ਕਰ ਲਓ, DC ਨਾਲ ਗੱਲ ਕਰ ਲਓ, ਨਹੀਂ ਸਰਕਾਰ ਕੋਲ ਪੈਸੇ ਹੈ, 3 ਲੱਖ ਕਰੋੜ ਰੁਪਏ ਦਾ ਘਾਟਾ ਚੱਲ ਰਿਹਾ ਸਰਕਾਰ ਤੇ, ਅਸੀਂ 50,000 ਆਪਣੇ ਕੋਲੋਂ ਦੇ ਦਿੰਦੇ। ਹੁਣ ਤੁਸੀਂ 15 ਅਗਸਤ ਦੇ ਸਮਾਗਮ ਦਾ ਬਾਈਕਾਟ ਕਰਤਾ, ਕਿਸ ਤਰ੍ਹਾਂ ਦਾ ਬਾਈਕਾਟ ਰਹੇਗਾ? ਦੇਖੋ ਬਾਈਕਾਟ ਕਿਉਂ ਨਾ ਕਰੀਏ ਜੀ, ਜਿਹੜੇ ਸ਼ਹੀਦਾਂ ਦੇ ਨਾਮ ਤੇ ਸਮਾਗਮ ਕਰਾਉਂਦੇ ਆ, 26 ਜਨਵਰੀ ਹੈ, 15 ਅਗਸਤ, ਜੇ ਉਹ ਸ਼ਹੀਦਾਂ ਨੂੰ ਨਹੀਂ ਯਾਦ ਰੱਖਣਗੇ ਤਾਂ ਸਮਾਗਮ ਕਰਾਉਣ ਦਾ ਫਾਇਦਾ ਕੀ ਹੈ? ਕਿਆ ਸਿਰਫ ਉੱਥੇ ਇੱਕ ਫੋਟੋ ਖਿਚਾਣੀ ਹੈ ਤੇ ਮੀਡੀਆ ਨੂੰ ਪ੍ਰਭਾਵਿਤ ਕਰਨਾ, ਉੱਥੇ ਅਨਾਉਂਸਮੈਂਟਸ ਕਰਨੀ ਹੈ ਕਿ ਅੱਜ ਆਹ ਕਰਤਾ ਹੀ, ਫਲੈਗ ਚਲਾਤਾ, ਬਸ ਹੋਰ ਕੁਝ ਨਹੀਂ ਕਰਨਾ? ਕਿਆ ਇਹੀ ਸ਼ਹੀਦਾਂ ਨੂੰ ਯਾਦ ਹੈ? ਮੈਨੂੰ ਅੱਜ ਤੱਕ ਦੱਸ ਦਿਓ ਮੰਤਰੀ ਲੁਧਿਆਣੇ ਦਾ ਕੋਈ ਇੱਥੇ ਇਸ ਜਗ੍ਹਾ ਤੇ ਆਇਆ ਹੋਵੇ? ਸਿਰਫ ਪ੍ਰੋਗਰਾਮਾਂ ਤੇ ਆਂਦੇ ਉਦਾਂ ਕੋਈ। ਮੈਂ ਕਹਿੰਦਾ ਕਈ ਮੰਤਰੀ ਇਦਾਂ ਦੇ ਇੱਥੇ ਬੈਠੇ ਜਿਹੜੇ ਇਕੱਲੇ ਗੱਡੀ ਚੱਕ ਕੇ ਆਪ ਕਿਤੇ ਚਲੇ ਜਾਂਦੇ ਜਗ੍ਹਾ ਤੇ, ਕਿਆ ਇੱਥੇ ਨਹੀਂ ਆ ਸਕਦੇ? ਜਿਨ੍ਹਾਂ ਕਰਕੇ ਅੱਜ MLA ਹੈਗੇ ਆ, ਮੰਤਰੀ ਹੈਗੇ ਆ, ਦੇਸ਼ ਦੇ ਵਿੱਚ ਸੁੱਖ ਮਾਣ ਰਹੇ ਆ, ਕਿਆ ਉਹਨਾਂ ਦੀ ਜਨਮ ਸਥਾਨੀਆਂ ਨੂੰ ਭੁੱਲ ਗਏ ਇਹ ਲੋਕ? ਸੋ ਛੋਟੇ ਜਿਹੇ ਕੌਂਸਲ ਦਾ ਵੀ ਕੰਮ ਹੁੰਦਾ ਕਿ ਇਸ ਦੀ ਸਾਫ਼ ਸਫਾਈ ਕਰਾਈ ਜਾਵੇ, ਇਲਾਕੇ ਦੀ ਸਫਾਈ ਕਰਾਈ ਜਾਂਦੀ ਹੈ। 5 ਸਾਲ ਬਾਅਦ ਜਦੋਂ ਜਿੱਤਦਾ ਉਹਦਾ ਰਿਕਾਰਡ ਦੇਖ ਕਰਿਆ ਕਰੋ, ਉਸ ਤੋਂ ਪਹਿਲਾਂ ਉਹ ਭੁੱਖਾ ਹੁੰਦਾ, 5 ਸਾਲ ਬਾਅਦ ਉਹ ਕਰੋੜਪਤੀ ਹੋ ਜਾਂਦਾ। ਕਿਆ ਉਹ ਆਪਣੀ ਜੇਬ 'ਚ ਇੱਥੇ 10-20-50,000 ਲੱਖ ਲਾ ਨਹੀਂ ਸਕਦਾ? ਕਾਉਂਸਲਰ ਦਾ ਤੁਹਾਡੇ ਸਾਹਮਣੇ ਕੂੜਾ ਇੱਥੇ ਝਾੜੂ ਲੱਗਿਆ, ਕਰੋੜਾਂ ਰੁਪਏ ਆਇਆ, 1 ਕਰੋੜ ਦੀ ਸੀਗਾ ਗ੍ਰਾਂਟ ਆਈ ਹੋਈ ਆ, ਉਹ ਕਿੱਥੇ ਗਈ ਫਿਰ? ਮੈਨੂੰ ਕੀ ਪਤਾ ਕਿੱਥੇ ਗਈ ਜੀ, ਤੁਸੀਂ ਆਪ DC ਨੂੰ ਪੁੱਛੋ ਜਾ ਕੇ ਕਿੱਥੇ ਹੋ, ਜਾਂ ਉਹਨਾਂ ਨੇ ਕਿਤੇ ਹੋਰ ਲਾਤੇ, ਜਾਂ ਕਿਤੇ ਹੋਰ ਲਾ ਮੰਗਿਆ? ਕਦੀ ਤੁਸੀਂ ਜਵਾਬ ਮੰਗਿਆ? ਜਵਾਬ ਤਾਂ ਦੇਖੋ ਸਾਨੂੰ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਕਾਰਪੋਰੇਸ਼ਨ ਦੇ ਵੀ ਕਿਸੇ ਅਫਸਰ ਨੇ ਕਿਹਾ ਕਿ 1 ਕਰੋੜ ਰੁਪਏ ਹੋਰ ਆਇਆ ਹੋਇਆ ਕਾਰਪੋਰੇਸ਼ਨ ਕੋਲ, DC ਸਾਹਿਬ ਕੋਲ ਤਾਂ ਅਲੱਗ ਪਿਆ, ਕਾਰਪੋਰੇਸ਼ਨ ਕੋਲ ਅਲੱਗ ਆਇਆ ਹੋਇਆ। ਤੁਸੀਂ ਪ੍ਰਸ਼ਾਸਨ ਕੋਲ ਜਵਾਬ ਮੰਗਿਆ ਕਦੀ? ਜਵਾਬ ਸਾਡੇ ਕੋਲ ਰਿਟਨ ਡਾਕੂਮੈਂਟਸ ਹੈ ਜੀ, ਤੁਹਾਡਾ ਕੰਮ ਚੱਲ ਰਿਹਾ ਪ੍ਰੋਸੈਸ। ਸਰਕਾਰ ਕੀ ਕਹਿੰਦੀ 1 ਕਰੋੜ ਕਿੱਥੇ? 1 ਕਰੋੜ ਹੈਗਾ ਜੀ, ਲੱਗੂਗਾ। ਕਦੋਂ ਲੱਗੂਗਾ? ਇਲੈਕਸ਼ਨਾਂ ਤੋਂ ਬਾਅਦ। 6 ਮਹੀਨੇ ਇਲੈਕਸ਼ਨਾਂ ਨੂੰ ਰਹਿ ਗਏ, 6 ਮਹੀਨੇ ਇਲੈਕਸ਼ਨ ਨੂੰ ਰਹਿ ਗਏ। 40 ਗਜ ਜਗ੍ਹਾ ਇੱਕ ਵਾਰ ਹਣੀ, ਇੱਥੋਂ ਰਸਤਾ ਨਿਕਲੇ, ਬਿਊਟੀਫਿਕੇਸ਼ਨ ਹੋਵੇ, ਇੱਥੇ ਇੰਟਰਲੋਕਿੰਗ ਟਾਈਲਸ ਲੱਗਣ, ਪਤਾ ਤਾਂ ਲੱਗੇ, ਬਿਊਟੀਫਿਕੇਸ਼ਨ ਹੋਵੇ। 3.5 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਪੇਮੈਂਟ ਆਈ ਨੂੰ, ਤੇ ਉਸ ਮੈਨੂੰ ਲੱਗਦਾ ਵੀ ਵਿਆਜ ਵੀ ਉਨੀ ਬਣ ਗਈ ਹੋਣੀ ਕਿ ਉਹੀ ਲਗਾ ਦੇਣ। ਬਹੁਤ ਵਿਆਜ ਉਹ ਆਪ ਰੱਖ ਲੈਣ, ਜਿਹੜੇ ਪ੍ਰੋਜੈਕਟ ਚਲਾਣੀ ਹੈ ਉਹ ਲਾ ਦੇਣ, ਕੋਈ ਦਿੱਕਤ ਨਹੀਂ ਹੈ, ਕਿ ਸਾਨੂੰ ਤਾਂ ਕੰਮ ਨਾਲ ਮਤਲਬ ਹੈ। ਜੇ ਨਹੀਂ ਕਰ ਸਕਦੇ ਤੇ ਸਾਨੂੰ ਰਿਟਰਨ ਦੇ ਦੇਣ, ਅਸੀਂ ਆਪ ਸੰਭਾਲ ਲਾਂਗੇ, ਜਿੱਦਾਂ 2013 ਤੋਂ ਪਹਿਲਾਂ ਸੰਭਾਲਦੇ ਸੀਗੇ, ਬਹੁਤ ਵਧੀਆ ਸੰਭਾਲਦੇ ਸੀਗੇ। ਸਕੂਲਾਂ ਦੇ ਵਿੱਚ ਸਿਖਾਇਆ ਜਾਂਦਾ ਕਿ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਯਾਦ ਕੀਤਾ ਜਾਵੇ, ਤੁਸੀਂ ਉਹਨਾਂ ਦੇ ਸਮਾਗਮ ਜਿਹੜੇ ਸਥਾਨ ਨਾ ਉੱਥੇ ਜ਼ਰੂਰ ਜਾ ਕੇ ਆਓ। ਤੁਸੀਂ ਵੀ ਸਮਾਗਮ ਕਰਾਉਂਦੇ ਹੋ, ਬੱਚੇ ਜ਼ਰੂਰ ਆਉਂਦੇ ਨੇ। ਇੱਥੇ ਆਣਗੇ ਜੀ, ਬਿਮਾਰੀ ਲੈ ਕੇ ਜਾਣਗੇ। ਤੁਹਾਡੇ ਸਾਹਮਣੇ ਮੱਛਰ ਕਿੰਨਾ ਇੱਥੇ ਖੜੇ ਆ, ਤੁਸੀਂ ਦੇਖ ਹੀ ਰਹੇ ਹੋ, ਤੁਹਾਡੇ ਵੀਡੀਓ ਦੇ ਵਿੱਚ ਆ ਹੀ ਰਹੇ ਹੋ ਨਾ ਕਿੰਨਾ ਮੱਛਰ ਹੈ। ਮੈਂ ਇੱਥੇ ਆਪ ਝਾੜੂ ਲਵਾ ਦੇਣਾ, ਹੁਣ ਅੱਧੇ ਘੰਟੇ ਬਾਅਦ ਫੇਰ ਉਹੀ ਗੰਦ ਹੋਊਗਾ। ਇੱਥੇ ਦੇ ਲੋਕ ਨਹੀਂ ਇੱਥੇ ਟਿਕਣ ਦਿੰਦੇ। ਅੱਛਾ, ਅਗਰ ਸੁੰਦਰੀਕਰਨ ਕਰਨਾ ਹੋਵੇ ਤਾਂ ਕੀ ਕੀਤਾ ਜਾ ਸਕਦਾ ਇਸ ਮਕਾਨ ਦਾ? ਦੇਖੋ ਜੀ, ਪਹਿਲਾਂ ਤਾਂ ਅੰਦਰ ਜਿਹੜੀ ਰਿਪੇਅਰ ਹੈ ਉਹ ਮਸਟ ਹੈ, ਕਿਉਂਕਿ ਇਹ 2.5 ਫੁੱਟ ਦੀਆਂ ਕੰਧਾਂ ਇਹਦੀਆਂ, ਇੱਥੇ ਚੂਨੇ ਦੀ ਚੁਨਾਈ ਹੈ, ਇਹ ਕੋਈ ਪਲਸਤਰ ਨਹੀਂ ਹੈਗਾ, ਕੁਝ ਨਹੀਂ ਹੈਗਾ। ਜਿਹੜੇ ਬਾਲੇ ਚੇਂਜ ਹੋਣ ਵਾਲੇ ਆ ਉਹ ਚੇਂਜ ਕੀਤੇ ਜਾਣ। ਬਾਹਰੋਂ ਜਿਹੜਾ ਇਹਦਾ ਬਿਊਟੀਫਿਕੇਸ਼ਨ ਦਾ ਕੰਮ ਹੈ, ਇੱਥੇ ਪੌਦੇ ਲਾਏ ਜਾਣ। ਦੇਖੋ ਇਹ ਜਿਹੜੀ ਕੁਰਸੀਆਂ ਹੈ ਨਾ, ਇਹ ਤੁਸੀਂ ਦੇਖ ਰਹੇ ਹੋ, ਇਹ ਵੀ ਕਿਸੇ ਕਾਉਂਸਲਰ ਵੱਲੋਂ ਨਹੀਂ ਦਿੱਤੀ ਹੋਈ ਹੈ, ਇਹ ਵਾਰਡ ਦੇ ਕਾਉਂਸਲਰ ਵੱਲੋਂ ਨਹੀਂ ਦਿੱਤੀ ਹੋਈ। ਮੈਂ ਨਾਮ ਵੀ ਲੈ ਦੇਣਾ, ਨੀਟੋ ਕਾਉਂਸਲਰ ਜੀ ਨੇ ਭੇਜੀਆਂ ਸੀਗੀਆਂ ਇਹ ਕੁਰਸੀਆਂ। ਇੱਥੇ ਬੈਠਣ ਨੂੰ ਜਗ੍ਹਾ ਨਹੀਂ ਸੀਗੀ, ਉਹ ਇਸ ਵਾਰਡ ਦੇ ਨਾਲ ਸੰਬੰਧਿਤ ਨਹੀਂ ਹੈਗੇ। ਉਸ ਤੋਂ ਬਾਅਦ ਆ ਥੜਾ ਜਿਹੜਾ ਇੱਥੇ ਤੀਆਂ ਦਾ ਮੇਲਾ ਲੱਗਦਾ ਸੀ, ਜਦ ਸੁਖਦੇਵ ਜੀ ਦੇ ਮਾਤਾ ਜੀ ਵੀ ਇੱਥੇ ਹੁੰਦੇ ਸੀਗੇ। ਇਹ ਪੂਜਨੀय ਪੇੜ ਹੈ, ਇੱਥੇ ਅੱਜ ਵੀ ਠੰਡੜੀ ਮਾਤਾ ਦਾ ਮੇਲਾ ਲੱਗਦਾ ਹੈ। ਇਹਦੀ ਬਿਊਟੀਫਿਕੇਸ਼ਨ ਨਾਲ ਹੋਗੀ, ਕਿਉਂਕਿ ਇਸ ਘਰ ਦੀ ਜਗ੍ਹਾ ਹੈ। ਹੁਣ ਸਾਵਣ ਚੱਲਦਾ, ਤੀਆਂ ਦਾ ਤਿਉਹਾਰ ਚੱਲਦਾ ਹੈ, ਪਰ ਹਾਲਾਤ ਤੁਸੀਂ ਦੇਖ ਲਓ ਕਿਸ ਤਰ੍ਹਾਂ ਦੇ। ਦੇਖੋ ਜੀ, ਨਹੀਂ ਹੋਗਾ। ਸੋਮ ਮੰਗਲਵਾਰ ਮੈਂ ਖੁਦ ਇੱਥੇ ਮਿਸਤਰੀ ਲਾ ਦੂੰਗਾ, ਹੋਰ ਕੀ ਹੋ ਸਕਦਾ। ਵੱਧ ਤੋਂ ਵੱਧ ਇੱਕ ਮੋਨੂਮੈਂਟ ਨੂੰ ਛੇੜਨ ਦਾ ਪਰਚਾ ਹੀ ਪਊਗਾ, ਅਸੀਂ ਪਰਚਿਆਂ ਤੋਂ ਘਬਰਾਉਂਦੇ ਨਹੀਂ। ਬਟ ਫਿਰ ਵੀ ਤੁਹਾਨੂੰ ਦੱਸਦਾ ਕਿ ਹਾਈ ਕੋਰਟ ਵੱਲੋਂ ਅਸੀਂ ਐਸੋਸੀਏਟਡ ਹਾਂ, ਅਸੀਂ ਕਰ ਸਕਦੇ ਹਾਂ। ਬਟ ਸਰਕਾਰਾਂ ਕਾਹਦੇ ਲਈ ਹੈ? ਸਰਕਾਰਾਂ ਜਿਹੜੀ ਅਨਾਉਂਸ ਕਰਦੀਆਂ ਪੈਸੇ, ਉਹ ਕਾਹਦੇ ਲਈ ਅਨਾਉਂਸ ਕਰਦੀਆਂ? ਨਾ ਕਰਨ, ਸਿਰਫ ਵਾਵਾ ਹੀ ਲੁੱਟਣ ਲਈ। ਲੱਗਦਾ ਇੱਥੇ ਲਾਇਬ੍ਰੇਰੀ ਸੁੰਦਰ ਬਣਾਈ ਜਾਵੇ ਤਾਂ ਕਿ ਬੱਚਿਆਂ ਨੂੰ ਦਿਖਾਇਆ ਜਾਵੇ, ਇਤਿਹਾਸ ਪੜਾਇਆ ਜਾਵੇ। ਜਿਹੜੇ 2 ਪੋਰਸ਼ਨ ਹੈ, ਇਹ ਸੁਖਦੇਵ ਜੀ ਦੇ ਘਰ ਦੀ ਮਾਲਕੀਅਤ ਨਹੀਂ ਹੈਗੇ, ਇਹ ਉੱਪਰ ਕਿਸੇ ਹੋਰ ਦੇ ਪੋਰਸ਼ਨ ਹੈ। ਅਸੀਂ ਕਹਿੰਦੇ ਜਿਹੜੇ ਲੋਕ ਇੱਥੇ ਰਹਿੰਦੇ ਆ, ਉਹ ਆਪ ਨਹੀਂ ਰਹਿੰਦੇ, ਉਹਨਾਂ ਨੇ ਰੈਂਟ ਤੇ ਦਿੱਤਾ ਹੋਇਆ। ਇਹ ਪੋਰਸ਼ਨ ਖਰੀਦੇ ਜਾਣ, ਉਹਨਾਂ ਨੂੰ ਜੋ ਉਹਨਾਂ ਦਾ ਮਾਰਕੀਟ ਤੋਂ ਵੱਧ ਵੈਲਿਊ ਪੈਸੇ ਦੇ ਕੇ ਇੱਕ ਇੱਥੇ ਲਾਇਬ੍ਰੇਰੀ ਬਣਾਈ ਜਾਵੇ, ਸ਼ਾਇਦ ਇੱਕ ਇੱਥੇ ਕੰਪਿਊਟਰ ਰੂਮ ਬਣਾਇਆ ਜਾਵੇ। ਕੰਪਿਊਟਰ ਜਿਹੜੇ ਇਲਾਕੇ ਦੇ ਜਾਂ ਹੋਰ ਲੋਕ ਆਉਂਦੇ ਇੱਥੇ ਫ੍ਰੀ ਸੇਵਾ ਲੈ ਸਕਣ। ਨਾਲ ਇੱਕ ਇਹਦੇ ਨਾਲ ਪਿੱਛੇ ਹੋਰ ਥੋੜੀ ਜਿਹੀ ਜਗ੍ਹਾ, ਉੱਥੇ ਅਸੀਂ ਕੋਈ ਡਿਸਪੈਂਸਰੀ ਵੀ ਖੋਲ ਸਕਦੇ ਹਾਂ, ਜਿਹੜੀ ਕਿ ਸਭ ਤੋਂ ਜ਼ਿਆਦਾ ਲੋੜ ਹੈ ਇਲਾਕੇ ਦੇ ਵਿੱਚ। ਬਿਲਕੁਲ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਅਸੀਂ
2018 ਦੇ ਵਿੱਚ ਕਰੀਬ ਜਿਹੜੀ 1 ਕਰੋੜ ਦੀ ਜਿਹੜੀ ਗ੍ਰਾਂਟ ਜਿਹੜੀ ਆ ਸਰਕਾਰ ਵੱਲੋਂ ਇਸ਼ੂ ਕੀਤੀ ਗਈ ਆ, ਪਰ ਹਾਲੇ ਤੱਕ ਇਸ ਇਮਾਰਤ ਤੇ ਜਿਹੜਾ ਵਾ ਪੈਸਾ ਨਹੀਂ ਲੱਗਾ ਵਾ। ਸੋ ਸਵਾਲ ਖੜੇ ਕੀਤੇ ਨੇ ਟਰਸਟ ਨੇ ਕਿ ਮੰਤਰੀਆਂ ਦੇ ਮਕਾਨ ਵਧੀਆ ਬਣ ਜਾਂਦੇ ਨੇ 5 ਸਾਲਾਂ ਦੇ ਵਿੱਚ, ਚੁਣਾਵ ਜਿੱਤਣ ਤੋਂ ਬਾਅਦ, ਚਾਹੇ ਉਹ ਕੌਂਸਲਰ ਹੋਵੇ, ਚਾਹੇ ਉਹ MLA ਹੋਣ, ਚਾਹੇ ਉਹ ਮੰਤਰੀ ਹੋਣ, MP ਹੋਣ, ਉਹਨਾਂ ਦੇ ਮਕਾਨ ਸੁੰਦਰ ਬਣ ਜਾਂਦੇ ਨੇ, ਪਰ ਸ਼ਹੀਦਾਂ ਦੇ ਮਕਾਨ ਖਸਤਾ ਹਾਲਤ ਦੇ ਵਿੱਚ ਨੇ। ਚੂਨਾ ਜਿਹੜਾ ਵਾ ਉਹ ਦੁਆਰਾ ਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਗਿਆ ਵਾ, ਤਰੇੜਾਂ ਜਿਹੜੀਆਂ ਵਾ ਮਕਾਨ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਨੇ, ਬਾਹਰ ਥੜੇ ਜਿਹੜੇ ਆ ਉਹ ਟੁੱਟ ਚੁੱਕੇ ਨੇ। ਔਰ 15 ਅਗਸਤ ਦੇ ਸਮਾਗਮ ਦਾ ਜਿਹੜਾ ਵਾ ਸ਼ਹੀਦ ਜਿਹੜੇ ਪਰਿਵਾਰ ਨੇ ਉਹਨਾਂ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਕਿ ਅਸੀਂ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਨਹੀਂ ਲਵਾਂਗੇ ਔਰ ਨਾ ਹੀ ਸ਼ਾਮਲ ਹੋਵਾਂਗੇ, ਨਾ ਹੀ ਸਰਕਾਰ ਦਾ ਨਿਯੁਕਤਾ ਜਿਹੜਾ ਵਾ ਉਹ ਸਵੀਕਾਰ ਕਰਾਂਗੇ, ਕਿਉਂਕਿ ਸਰਕਾਰਾਂ ਸੁੱਤੀਆਂ ਪਈਆਂ ਨੇ, ਸ਼ਹੀਦਾਂ ਨੂੰ ਸਮੇਂ-ਸਮੇਂ ਸਿਰਫ ਯਾਦ ਕਰਦੀਆਂ ਨੇ, ਉਸ ਤੋਂ ਬਾਅਦ ਭੁੱਲ ਜਾਂਦੇ ਨੇ ਲੀਡਰ। ਸੋ ਇਹ ਸ਼ਹੀਦ ਸੁਖਦੇਵ ਥਾਪਰ ਦਾ ਘਰ ਆ, ਚੋੜਾ ਬਾਜ਼ਾਰਾਂ ਨੌਕਰਾ ਮੁਹੱਲਾ ਵਾ, ਜਿੱਥੇ ਸ਼ਹੀਦ ਸੁਖਦੇਵ ਥਾਪਰ ਦਾ 15 ਮਈ 1907 ਨੂੰ ਜਨਮ ਹੋਇਆ। 4 ਸਾਲ ਦੀ ਉਮਰ 'ਚ ਉਹ ਇਸ ਘਰ ਨੂੰ ਛੱਡ ਕੇ ਚਲੇ ਗਏ ਸੀਗੇ, ਪਰ ਉਸ ਤੋਂ ਬਾਅਦ ਇਸ ਘਰ ਨੂੰ ਜਿਹੜਾ ਟਰਸਟ ਚਲਾ ਰਿਹਾ ਸੀਗਾ, 2013 ਦੇ ਵਿੱਚ ਸਰਕਾਰ ਨੇ ਇਸ ਘਰ ਨੂੰ ਆਪਣੇ ਕਬਜ਼ੇ ਦੇ ਵਿੱਚ ਲਿੱਤਾ। ਦੇਖਭਾਲ ਜਿਹੜੀ ਆ ਸਰਕਾਰ ਵੱਲੋਂ ਕੀਤੀ ਜਾ ਰਹੀ ਸੀਗੀ, ਪਰ ਅੱਜ ਇੱਥੇ ਨਾ ਹੀ ਕੋਈ ਜਿਹੜਾ ਇੱਥੇ ਕੇਅਰ ਟੇਕਰ ਬਿਠਾਇਆ ਗਿਆ ਉਹ ਨਾ ਇੱਥੇ ਮੌਜੂਦ ਹੈਗਾ ਵਾ। ਘਰ ਦੀ ਹਾਲਾਤ ਜਿਹੜੇ ਨੇ ਉਹ ਮਾੜੇ ਹੁੰਦੇ ਜਾ ਰਹੇ ਨੇ, ਗੰਦਗੀ ਜਿਹੜੀ ਆ ਘਰ ਦੇ ਚਾਰੋਂ ਪਾਸੇ ਜਿਹੜੀ ਆ ਉਹ ਫੈਲਦੀ ਜਾ ਰਹੀ ਆ। ਸ਼ਹੀਦ ਸੁਖਦੇਵ ਥਾਪਰ ਟਰਸਟ ਨੇ 15 ਅਗਸਤ ਜਿਹੜਾ ਕਿ ਆਜ਼ਾਦੀ ਦਿਹਾੜਾ ਮਨਾਇਆ ਜਾਣਾ ਵਾ 15 ਅਗਸਤ 2021 ਨੂੰ, ਉਸ ਦਾ ਜਿਹੜਾ ਵਾ ਬਾਈਕਾਟ ਕਰ ਦਿੱਤਾ ਕਿ ਉਸ ਸਮਾਗਮ ਦੇ ਵਿੱਚ ਹਿੱਸਾ ਨਹੀਂ ਲੈਣਗੇ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ ਟੀਵੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।